ਮਹਿੰਦਰ ਸਿੰਘ ਜੀ ਬਟਾਲਾ ਪੰਥਕ ਪਹਿਰੇਦਾਰ। ਬੋਲੇ ਸੋ ਨਿਹਾਲ। सरदार जी और उनके बेटे ने बाइक को बिठाल के हमें, अगर सरदार जी हेल्प लगे तो हो सकता नीलामी ना होते। ਮਾਨਸ ਕੀ ਜਾਤ ਸਭ ਇੱਕ ਪਹਿਚਾਨਬੋ। ਤੇ ਅਸੀਂ ਨਹੀਂ ਦੇਖਦੇ ਸੀ ਕਿ ਇਹ ਮੁਸਲਮਾਨ ਹੈਗੇ, ਅਸੀਂ ਸਿਰਫ ਇਨਸਾਨੀਅਤ ਇਹਨਾਂ ਦੇ ਵਿੱਚ ਦੇਖੀ। ਉਹ ਛੋਟੇ ਛੋਟੇ ਬੱਚੇ ਮਾਸੂਮ ਦੇਖੇ ਤੇ ਸਾਡਾ ਮਨ ਇਹੋ ਸੀ ਕਿ ਕਿਸੇ ਤਰੀਕੇ ਨਾਲ ਇਹਨਾਂ ਦੀ ਜਾਨ ਬਚ ਜਾਏ। ਤੇ ਮੈਂ ਨਹੀਂ ਸੀ ਚਾਹੁੰਦਾ ਕਿ ਜੋ ਅਸੀਂ ਸਾਡੇ ਤੇ ਉਸ ਸਮੇਂ ਬੀਤਿਆ ਉਹੀ ਮੰਜ਼ਰ ਇਹਨਾਂ ਤੇ ਵੀ ਆਏ, ਉਹੀ ਇਹਨਾਂ ਦੇ ਉੱਪਰ ਬੀਤੇ। ਤੇ ਦੂਜਾ ਉਸ ਸਮੇਂ ਵੀ ਸਾਨੂੰ ਵੀ 1984 ਵੇਲੇ ਸਮਾਜ ਦੇ ਕੁਝ ਲੋਕਾਂ ਨੇ ਬਚਾਇਆ ਸੀ। ਉਹ ਉਸ ਸਮੇਂ ਦਾ ਕਰਜ਼ਾ, ਸਮਾਜ ਦਾ ਕਰਜ਼ਾ ਸਾਡੇ ਉੱਤੇ ਸੀਗਾ ਤੇ ਸੋ ਅਸੀਂ ਕਿਸੇ ਤੇ ਅਹਿਸਾਨ ਨਹੀਂ ਕੀਤਾ, ਇਹ ਸਾਡੇ ਤੇ ਕਰਜ਼ਾ ਸੀ। फिर हमारे सामने सरदार जी रहते हैं, वो आए, उन्होंने कहा बिल्कुल डरो मत, हम आपके साथ हैं। और उन्होंने मेरी पूरी फैमिली को और मुझे अपने घर में घुसेड़ा। हमने अपने घर में ताला लगा दिया। उसके बाद उन्होंने कहा बिल्कुल घबराओ। मेरी फैमिली को उनके लड़के ने और उन्होंने स्कूटी पे बाइक पे ले जाके छोड़ा सेफ एरिए में, और मेरी पगड़ी बांधी। पहले तो पग बांध दिया मेरा। पग बांधने के बाद मैं बहुत डर गया, मैं घर में था। वो मेरी फैमिली को छोड़ गया है। उसके बाद मेरे दोस्तों के फ़ोन आने लगे, जो और भी फैमिलीज थी गली में हमारे। तो फिर उन्हें मैंने फ़ोन करा, मैंने कहा भाई हमारे सरदार जी हमें निकालेंगे, आप बिल्कुल मत डरो। कोई बाहर निकल गया। सरदार जी थे बेचारे, एक सरदार जी था, एक उनका बेटा था। उनके पास वो मोटरसाइकिल थी बुलेट, अलग एक्टिवा मोटरसाइकिल, वो स्कूटी थी। वो चार आदमी को बिठाते थे, 2 एक और 2 एक, वो हम छोड़ कर जाते थे। सरदार जी ने हमारी बहुत हेल्प की। ये लोग कि महेंद्र सिंह और इंद्रजीत सिंह जैसे लोगों की वजह से इंसानियत अभी जिंदा है। अरविंद छाबड़ा, BBC, दिल्ली। ਇਨਸਾਨੀਅਤ ਦਿੱਲੀ ਦੇ ਵਿੱਚ ਜ਼ਿੰਦਾ ਵਾ। ਇਸ ਦੀਆਂ ਤਸਵੀਰਾਂ ਇਸ ਕਰਕੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਿੱਖ ਪਰਿਵਾਰ ਹੈ ਜਿਸ ਨੇ ਬਾਕਾਇਦਾ ਤੌਰ ਤੇ ਮੁਸਲਿਮ ਕਮਿਊਨਿਟੀ ਦੇ ਲੋਕਾਂ ਨੂੰ ਬਚਾਇਆ, ਆਪਣੇ ਬੁਲਟ ਦੇ ਉੱਤੇ ਲੈ ਕੇ ਗਏ ਔਰ ਕਿਸ ਤਰੀਕੇ ਦੇ ਨਾਲ ਬਚਾਇਆ ਔਰ ਉਸ ਵੇਲੇ ਕਿਹੋ ਜਿਹੇ ਹਾਲਾਤ ਸੀਗੇ। ਮਹਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦੇ ਬੇਟੇ ਨੇ ਇੰਦਰਜੀਤ ਸਿੰਘ, ਦੋਵਾਂ ਨੇ ਬੜੀ ਮੁਸ਼ਕਿਲ ਦੇ ਨਾਲ ਉਸ ਵੇਲੇ ਬਚਾਇਆ ਸੀਗਾ। ਦਿੱਲੀ 'ਚ ਹਰ ਕਿਸੇ ਨੇ ਦੰਗੇ ਦੇਖੇ ਨੇ, ਲੇਕਿਨ ਪਰਦੇ ਦੇ ਪਿੱਛੇ ਅਗਰ ਹੀਰੋ ਦੀ ਗੱਲ ਕੀਤੀ ਜਾਵੇ, ਤੁਸੀਂ ਹੀਰੋ ਬਣ ਕੇ ਉੱਭਰੇ ਹੋ। ਤੁਸੀਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਬਚਾਇਆ ਹੋਇਆ, ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦੇਖੋ ਇਨਸਾਨੀਅਤ ਦੇ ਕੰਮ ਦੇ ਵਿੱਚ ਹੀਰੋ ਕਹਿਣਾ ਅਸੀਂ ਨਹੀਂ ਸਮਝਦੇ ਠੀਕ। ਇਹ ਤਾਂ ਸਾਜਿਆ ਹੀ ਜੋ ਵੀ ਸਾਡੇ ਤੋਂ ਕੰਮ ਕੀਤਾ ਹੀ ਇਹ ਇਨਸਾਨੀਅਤ ਨੂੰ ਔਰ ਸੇਵਾ ਸਮਝ ਕੇ ਕੀਤੀ ਹੈ ਔਰ ਕਿਸੇ ਖਾਸ ਕਮਿਊਨਿਟੀ ਵਾਸਤੇ ਨਹੀਂ ਕੀਤੀ ਹੈਗੀ। ਉਸ ਵੇਲੇ ਉਹ ਪੀੜਤ ਸਨ, ਉਹਨਾਂ ਦੀ ਜਾਨ ਬਚਾਉਣਾ ਸਾਡਾ ਫਰਜ਼ ਸੀਗਾ ਔਰ ਸਾਡੇ ਗੁਰੂਆਂ ਦਾ ਉਪਦੇਸ਼ ਵੀ ਹੈਗਾ ਹੈ। ਸੋ ਇਹ ਫਰਜ਼ ਅਸੀਂ ਆਪਣਾ ਸਮਝਦੇ ਹੋਏ ਉਹਨਾਂ ਨੂੰ ਇਸ ਤਣਾਅਪੂਰਨ ਮਾਹੌਲ ਤੋਂ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ ਦਾ ਅਸੀਂ ਜੋ ਉਪਰਾਲਾ ਕੀਤਾ ਹੈ ਉਹਦੇ ਵਿੱਚ ਅਸੀਂ ਕੋਈ ਇਹਦੇ ਵਿੱਚ ਹੀਰੋ ਜਾਂ ਕੋਈ ਸਾਨੂੰ ਅਲੱਗ ਤੋਂ ਸਨਮਾਨ ਦੇ ਕੋਈ ਆਸ਼ਾ ਨਹੀਂ ਹੈਗੀ। ਉਸ ਵੇਲੇ ਪੱਥਰਬਾਜੀ ਹੋ ਰਹੀ ਸੀ, ਗੋਲੀਆਂ ਚੱਲ ਰਹੀਆਂ ਸੀਗੀਆਂ ਔਰ ਡਰ ਦਾ ਮਾਹੌਲ ਪੂਰੀ ਤਰੀਕੇ ਨਾਲ ਬਣਿਆ ਹੋਇਆ। ਤੁਸੀਂ ਉਸ ਵੇਲੇ ਦੁਕਾਨ ਤੇ ਬੈਠੇ ਹੋਏ ਸੀਗੇ ਔਰ ਡਰ ਸੀਗਾ ਉਸ ਵੇਲੇ ਤੁਹਾਨੂੰ ਵੀ ਕਿ ਪਤਾ ਨਹੀਂ ਕੀ ਹੋਏਗਾ, ਕਿਵੇਂ ਹੋਏਗਾ? ਹਾਂਜੀ ਬਿਲਕੁਲ, ਕੁਛ ਆਭਾਸ ਵੀ ਹੋ ਗਿਆ ਸੀਗਾ ਮਾਹੌਲ ਨੂੰ ਦੇਖਦਿਆਂ ਹੋਇਆਂ ਕਿ ਕੁਛ ਅਣਭਾਗੀ ਘਟਨਾਵਾਂ ਹੋ ਸਕਦੀਆਂ ਨੇ। ਉਸੇ ਨੂੰ ਦੇਖਦੇ ਹੋਏ ਜਿਹੜੇ ਸਾਡੇ ਮੁਸਲਿਮ ਪਰਿਵਾਰ ਵੀ ਸੀ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਸਰਦਾਰ ਜੀ ਜੇ ਪੋਸੀਬਲ ਹੋਵੇ ਤਾਂ ਇੱਥੇ ਸਾਡੇ ਕੋਲ ਕੱਢਣ ਦਾ ਪ੍ਰਬੰਧ ਕਰੋ। ਪਰ ਅਸੀਂ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਤੁਸੀਂ ਇੱਥੇ ਰਹੋ, ਜਾਣ ਦੀ ਲੋੜ ਨਹੀਂ ਹੈ, ਬਾਹਰ ਦੀ ਭੀੜ ਹੈ, ਥੋੜ੍ਹੀ ਦੇਰ ਤੱਕ ਇੱਥੋਂ ਨਿਕਲ ਜਾਏਗੀ, ਆਪਣੇ ਆਪਣੇ ਘਰਾਂ ਨੂੰ ਛੱਡੋ ਨਾ। ਪਰ ਜਦੋਂ ਉਹ ਨਹੀਂ ਮੰਨੇ ਤੇ ਫਿਰ ਮੈਂ ਆਪਣੇ ਬੇਟੇ ਇੰਦਰਜੀਤ ਸਿੰਘ ਨੂੰ ਫੋਨ ਕੀਤਾ ਕਿ ਬੇਟੇ ਜਿਸ ਤਰ੍ਹਾਂ ਵੀ ਹੈ ਤੁਸੀਂ ਆਓ ਅਤੇ ਇਹਨਾਂ ਨੂੰ ਇੱਥੋਂ ਸ਼ਿਫਟ ਕਰਨ ਦਾ ਜਿਸ ਤਰ੍ਹਾਂ ਵੀ ਹੈ ਪ੍ਰਬੰਧ ਕਰੀਏ। ਮੇਰਾ ਬੇਟਾ ਇੰਦਰਜੀਤ ਬੁਲਟ ਬਾਈਕ ਲੈ ਕੇ ਆਇਆ ਔਰ ਮੈਂ ਸਕੂਟੀ 'ਤੇ। ਅਸੀਂ ਦੋਨਾਂ ਨੇ ਕੋਸ਼ਿਸ਼ ਕਰਕੇ
ਪਹਿਲਾਂ ਛੋਟੇ ਬੱਚਿਆਂ ਨੂੰ ਉਸ ਤੋਂ ਬਾਅਦ ਨੌਜਵਾਨ ਬੱਚੇ ਸਨ ਜਿਹੜੇ ਉਹਨਾਂ ਨੂੰ ਪਗੜੀਆਂ ਬੰਨ੍ਹ ਕੇ ਇੱਥੋਂ ਕੱਢਿਆ ਹੈ ਔਰ ਬਾਅਦ ਵਿੱਚ ਜਿਹੜੇ ਬਜ਼ੁਰਗ ਸਨ ਲਾਸਟ ਵਿੱਚ ਉਹਨਾਂ ਨੂੰ ਅਸੀਂ ਤਕਰੀਬਨ 20 ਚੱਕਰ ਲਗਾਏ ਨੇ ਔਰ 50-60 ਤਕਰੀਬਨ 60 ਕੁ ਇੱਥੋਂ ਬੱਚੇ ਔਰ ਇਸਤਰੀਆਂ ਔਰ ਬੰਦੇ ਸਨ ਜਿਨ੍ਹਾਂ ਨੂੰ ਅਸੀਂ ਉੱਥੋਂ ਬਚਾਇਆ। ਸਿੱਖ ਕਮਿਊਨਿਟੀ ਤਾਂ ਜਾਣੀ ਜਾਂਦੀ ਹੈ ਕਿ ਅਗਰ ਪੱਗ ਤੇ ਕੋਈ ਸਵਾਲ ਖੜੇ ਕਰਦਾ ਤਾਂ ਕਿਸੇ ਦੀ ਜਾਨ ਵੀ ਲਿੱਤੀ ਜਾ ਸਕਦੀ ਔਰ ਇਸ ਪੱਗ ਦੇ ਨਾਲ ਤੁਸੀਂ ਲੋਕਾਂ ਦੀ ਜਾਨ ਵੀ ਬਚਾਈ ਹੈ। ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੁਰੂਆਂ ਦਾ ਮਾਨ ਸਨਮਾਨ ਵੀ ਬਣਿਆ ਰਹੇ ਔਰ ਪਗੜੀ ਦੀ ਵੀ ਸਾਡਾ ਮਾਨ ਬਣਿਆ ਰਹੇ। ਤਾਂ ਵਾਕਿਆ ਹੀ ਇਹਦੇ ਪਗੜੀ ਨੇ ਉਹਨਾਂ ਦੀ ਰੱਖਿਆ ਵੀ ਕੀਤੀ ਹੈਗੀ ਹੈ ਔਰ ਉਸ ਵੇਲੇ ਮੁਸਲਿਮ ਕਮਿਊਨਿਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਪੱਗ ਬੰਨੀ ਤੁਸੀਂ ਤਾਂ ਕਿ ਜਿਹੜੇ ਬਾਹਰ ਲੋਕ ਨੇ ਉਹ ਸਿੱਖ ਸਮਝਣ ਔਰ ਬਚਾ ਕੇ ਲਿਜਾਇਆ ਜਾ ਸਕੇ। ਬਿਲਕੁਲ ਸਾਡਾ ਇਹੋ ਹੀ ਮਕਸਦ ਹੈਗਾ ਸੀਗਾ ਕਿ ਥੋੜੀ ਉਹਨਾਂ ਦੀ ਦਾੜੀ ਸੀ ਔਰ ਉਹਨਾਂ ਨੂੰ ਪਗੜੀ ਬੰਨ੍ਹੀ ਜਾਏ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ। ਇਹ ਕਾਰਨ ਸੀਗਾ ਅਸੀਂ ਉਹਨਾਂ ਨੂੰ ਪਗੜੀ ਬੰਨ੍ਹੀ ਔਰ ਪੱਗ ਬੰਨ੍ਹ ਕੇ ਅਸੀਂ ਉਹਨਾਂ ਨੂੰ ਸੁਰੱਖਿਅਤ ਪਹੁੰਚਾ ਦਿੱਤਾ। ਉਸ ਵੇਲੇ ਤੁਸੀਂ ਸੋਚਿਆ ਸੀਗਾ ਕਿ ਤੁਸੀਂ ਕਿਉਂਕਿ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਹੋ, ਤੁਸੀਂ ਆਪਣੇ ਬੁਲਟ ਤੇ ਆਪਣੇ ਮੋਟਰਸਾਈਕਲ ਤੇ ਲਗਾਤਾਰ ਜਿਹੜਾ ਮੁਸਲਿਮ ਕਮਿਊਨਿਟੀ ਨੂੰ ਉਹਨਾਂ ਦੇ ਇਲਾਕੇ 'ਚ ਲੈ ਕੇ ਜਾ ਰਹੇ ਹੋ? ਨਹੀਂ, ਮੁਸਲਿਮ ਹੋਣ ਭਾਵੇਂ ਹਿੰਦੂ ਹੋਣ, ਮਾਨਸ ਕੀ ਜਾਤ ਸਭ ਏਕੇ ਪਛਾਨਬੋ। ਸਾਡਾ ਤਾਂ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ, ਨਾ ਕੋਈ ਬੈਰੀ ਨਾ ਕੋਈ ਬੇਗਾਨਾ, ਸਗਲ ਸਮ ਹਮਕੋ ਬਣੇ ਆਈ। ਸਾਡੇ ਲਈ ਕੋਈ ਬੇਗਾਨੇ ਨਹੀਂ, ਨਾ ਸਾਡਾ ਇਸੇ ਕਿਸੇ ਨਾਲ ਨਿੱਜੀ ਵਿਰੋਧ ਹੈ। ਪਤਾ ਲੱਗਿਆ ਕਿ ਜਿਹੜੀਆਂ ਬੱਚੀਆਂ ਸੀਗੀਆਂ ਉਹ ਜਦੋਂ ਬੁਲਟ ਦੇ ਪਿੱਛੇ ਬੈਠੀਆਂ ਕੀ ਕੁਛ ਉਦੋਂ ਤੁਹਾਡੀ ਗੱਲਬਾਤ ਉਹਨਾਂ ਨਾਲ? ਕਾਫੀ ਰਸਤੇ 'ਚ ਜਦੋਂ ਬਾਈਕ ਦੇ ਪਿੱਛੇ ਬੈਠੀਆਂ ਸੀ ਤੇ ਰਸਤੇ 'ਚ ਕਾਫੀ ਪਬਲਿਕ ਦੇਖ ਕੇ ਉਹ ਉਦੋਂ ਵੀ ਡਰ ਗਏ ਸੀ। ਕਹਿੰਦੀ ਭਈਆ ਦੇਖੋ यहाँ पर भी पब्लिक आ गई है, हमें कुछ कर देगी। मैं घबराਉਣ ਦੀ ਕੋਈ ਲੋੜ ਨਹੀਂ ਹੈਗੀ ਹੈ, ਮੈਂ ਤੁਹਾਡੇ ਨਾਲ ਹੈਗਾ। ਜਦੋਂ ਤੱਕ ਮੈਂ ਨਾਲ ਹੈਗਾ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਤੇ ਸੁਰੱਖਿਅਤ ਉਹਨਾਂ ਨੂੰ ਫਿਰ ਉੱਥੇ ਕਰਦਮਪੁਰੀ ਏਰੀਆ 'ਚ ਪਹੁੰਚਾਇਆ ਗਿਆ। ਇਹ ਦੰਗੇ ਦੇ ਵਿੱਚ ਜੋ ਕੁਝ ਹਾਲਾਤ ਹੋਏ, ਪਿੱਛੇ ਦੇ ਹੀਰੋ ਨੇ ਕਿਸ ਤਰੀਕੇ ਨਾਲ ਇਨਸਾਨੀਅਤ ਜ਼ਿੰਦਾ ਹੈ ਔਰ ਸਰਦਾਰ ਅਗਰ ਆਪਣੀ ਪੱਗ ਤੇ ਅਗਰ ਆਂਚ ਆਵੇ ਤਾਂ ਜਾਨ ਲੈ ਲੈਂਦਾ ਵਾ ਔਰ ਅਗਰ ਜ਼ਰੂਰਤ ਪਵੇ ਕਿਸੇ ਜਾਨ ਬਚਾਉਣ ਦੀ ਤਾਂ ਪੱਗ ਨੂੰ ਲੈ ਕੇ ਜਾਨ ਜਿਹੜੀ ਉਹ ਬਚਾਈ ਵੀ ਜਾ ਸਕਦੀ। ਇਹ ਸਰਦਾਰ ਮਹਿੰਦਰ ਸਿੰਘ ਨੇ ਕਈ ਜਾਨਾਂ ਬਚਾਈਆਂ ਸਨ। ਅਸੀਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਮਾਣ ਮਹਿਸੂਸ ਅੱਜ ਕਰ ਰਹੇ ਹਾਂ ਸਰਦਾਰ ਮਹਿੰਦਰ ਸਿੰਘ ਜੀ ਦਾ ਸਨਮਾਨ ਕਰਦੇ ਹੋਏ, ਕਿਉਂਕਿ ਇਹਨਾਂ ਨੇ ਬੜੀ ਜਾਨ ਬਚਾਈ ਹੈ। ਉਹਨਾਂ ਨੂੰ ਅਸੀਂ ਭਾਈ ਕਨਈਆ ਜੀ ਅਵਾਰਡ ਦੇ ਨਾਲ ਸਨਮਾਨਿਤ ਕਰ ਰਹੇ ਹਾਂ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਸਰਦਾਰ ਮਹਿੰਦਰ ਸਿੰਘ ਨੂੰ ਜੀ ਨੂੰ ਸਨਮਾਨ ਕਰਦੇ ਹੋਏ ਫਖਰ ਮਹਿਸੂਸ ਕਰ ਰਹੀ ਹੈ, ਕਿਉਂਕਿ ਇਹਨਾਂ ਨੇ ਜੋ ਕਾਰਜ ਕੀਤਾ ਹੈ ਬਹੁਤ ਵੱਡਾ ਕਾਰਜ ਹੈ ਔਰ ਇਹਨਾਂ ਨੇ ਗੁਰੂਆਂ ਦੀ ਦਿਖਾਈ ਜਿਹੜਾ ਮਾਰਗ ਚੱਲੇ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਉੱਤੇ ਚੱਲੇ ਨੇ। ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣੀ ਕੌਮ ਦੀ ਮੈਂ ਸਮਝਣਾ ਪੱਤ ਰੱਖੀਏ ਔਰ ਕੌਮ ਦੀ ਰਵਾਇਤ ਨੂੰ ਬਰਕਰਾਰ ਰੱਖਿਆ ਹੈ। ਅਸੀਂ ਉਹਨਾਂ ਨੂੰ ਜਿਹੜਾ ਮਾਣ ਜਿਹੜਾ ਮਹਿਸੂਸ ਕਰ ਰਹੇ ਹਾਂ ਸਨਮਾਨ ਦਿੰਦੇ ਹੋਏ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਔਰ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਦਸਤਾਰ ਹੈ, ਕਿਉਂਕਿ ਉਹਨਾਂ ਨੇ ਸਿੱਖੀ ਦੀ ਜਿਹੜੀ ਹੈ ਮੈਂ ਸਮਝਾਂਗਾ ਵੀ ਦਸਤਾਰ ਬੋਲੇ ਸੋ ਨਿਹਾਲ। ਇਹ ਨਾਲ ਅਸੀਂ ਹਰੀ ਸਿੰਘ ਨਲਵਾ ਜੀ ਦਾ ਜਿਹੜਾ ਐਸੀ ਜਿਹੜਾ ਕਿਉਂਕਿ ਇਹਨਾਂ ਨੇ ਜਿਹੜਾ ਕਾਰਜ ਕੀਤਾ ਉਹ ਕਿਉਂਕਿ ਹਰੀ ਸਿੰਘ ਨਲਵਾ ਜਿਹੜਾ ਸਿੱਖਾਂ ਦੇ ਜਿਹੜੇ ਜਰਨੈਲ ਹੋਏ ਨੇ ਜਿਹਨੂੰ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਜਿਹੜਾ ਤਾਕਤਵਰ ਜਿਹੜਾ ਕਿਹਾ ਜਾਂਦਾ ਹੈ ਔਰ ਇਹ ਵਰਲਡ ਨੇ ਮੰਨਿਆ ਔਰ ਜਿਨ੍ਹਾਂ ਨੇ ਅਫਗਾਨਿਸਤਾਨ ਫਤਿਹ ਕੀਤਾ। ਅੱਜ ਜਿਹੜਾ ਮੈਂ ਸਮਝਾਂਗਾ ਅਮਰੀਕਨ ਗਵਰਨਮੈਂਟ ਵੀ ਅਫਗਾਨਿਸਤਾਨ ਨੂੰ ਫਤਿਹ ਨਹੀਂ ਕਰ ਸਕੀ। ਸਰਦਾਰ ਹਰੀ ਸਿੰਘ ਨਲਵਾ ਅਵਾਰਡ ਦੇ ਨਾਲ ਵੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਉਹਨਾਂ ਨੂੰ ਸਨਮਾਨ ਦਿੰਦੇ ਹੋਏ ਮਾਣ ਮਹਿਸੂਸ ਕਰਦੀ ਹੈ। ਬੋਲੇ ਸੋ ਨਿਹਾਲ। ਅਸੀਂ ਸਾਰੀਆਂ ਸੰਸਥਾਵਾਂ ਨੂੰ ਕਹਿਣਾ ਚਾਹਾਂਗੇ, ਭਾਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿੰਨੀਆਂ ਧਾਰਮਿਕ ਸੰਸਥਾਵਾਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਸਿੱਖਾਂ ਦਾ ਫਰਜ਼ ਹੈ ਕਿ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰਕੇ ਉਹਨਾਂ ਦਾ ਹੌਸਲਾ ਬੁਲੰਦ ਕਰੀਏ ਔਰ ਉਹਨਾਂ ਦੇ ਵੱਲ ਕੋਈ ਤੱਤੀ ਆਵਾਜ਼ ਜਿਹੜੀ ਨਾ ਲੱਗੇ ਔਰ ਉਹਨਾਂ ਵੱਲ ਕੋਈ ਟੇੜੀ ਨਜ਼ਰ ਨਾਲ ਨਾ ਦੇਖ ਸਕੇ। ਅੱਜ ਸਾਰੀ ਸਿੱਖ ਕੌਮ ਉਹਨਾਂ ਦੇ ਨਾਲ ਡਟ ਕੇ ਖੜੀ ਹੈ, ਕਿਉਂਕਿ ਜੋ ਉਹਨਾਂ ਨੇ ਕੰਮ ਕੀਤਾ ਹੈ, ਕਿਉਂਕਿ ਜਿਹੜਾ ਸਾਡੇ ਗੁਰੂਆਂ ਨੇ ਜਿਹੜਾ ਸਾਨੂੰ ਸਿਖਾਇਆ ਹੀ ਹੈ ਨਿਸ਼ਚੈ ਕਰ ਆਪਣੀ ਜੀਤ ਕਰੂੰ, ਸਾਨੂੰ ਕੌਨਫੀਡੈਂਸ ਜਿਹੜਾ ਭਰਿਆ ਹੈ ਔਰ ਇਹਨਾਂ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬਹੁਤ ਦੇ ਪਹਿਰਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਜਿਹੜਾ ਉਹਨਾਂ ਗੁਰੂ ਨਾਨਕ ਸਾਹਿਬ ਦਾ ਦਿਖਾਇਆ ਮਾਰਗ ਹੈ
ਜਿਹੜਾ ਸੱਬੇ ਸਾਂਝੀ ਵਾਲ ਦਸਾਨ ਕੋਈ ਨਾ ਦਿਸੇ 12 ਜੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਨਾਂ ਨੇ ਸਰਬੱਤ ਦਾ ਭਲਾ ਜਿਹੜਾ ਸਾਰਾ ਕੀਤਾ ਹੈ। ਅਸੀਂ ਸਾਰੀ ਸੁਸਾਇਟੀ ਇਹਨਾਂ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਇਹਨਾਂ ਨਾਲ ਖੜੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਵੀਰ ਜੀ ਨਾਲ ਅੱਜ ਮਿਲ ਕੇ ਬੜਾ संभागी समझना कि इन्होंने मैनू दर्शन होए और मैं मिलिया। मैं आपने भारत की आज़ादी भी देखी है और 1984 के दंगे भी देखे, उसके बाद जो आप अपने नज़रों के सामने देखे, आपके ऊपर किस तरह से, क्योंकि आपको वो सारी चीज़ें फिर से याद कहीं ना कहीं आने लगी होंगी। बिल्कुल 1984 के नरसंहार के बाद में अभी जो हमने मौजूदा हालात देखे हैं वो भी कम ख़तरनाक नहीं थे, कम दयनीय नहीं थे, कम दर्दनाक नहीं थे। और चूँकि मैं उस पीड़ा से 84 से भी गुज़र चुका हूँ, तो मैं नहीं चाहता था कि ये लोग जो हैं इनका जान का नुकसान हो। तो हम लोगों ने मिल कर के उनको यहाँ से उनकी जान बचाने के लिए, केवल इंसानियत के लिए, और उस समय मेरे मन में ये नहीं था कि ये किसी विशेष संप्रदाय से हैं, केवल मुझे उनमें एक इंसान नज़र आ रहा था जो कि मजबूर है। उनकी जान बचाना हमारा सबसे पहले फ़र्ज़ है और हमारे गुरुओं ने भी हमें यही मैसेज दिया है। सबसे पहले हिंदुओं की रक्षा गुरु हमारे करते आए हैं, और आज अगर हमारे ये भाई मुसीबत में हैं तो तब भी हमारे गुरुओं का जो आदेश था हमने उसकी पालना की। वो लोग आपको भी आके कुछ कह रहे थे क्या? नहीं, हमारा किसी से कोई निजी वैर विरोध नहीं है। वो भी भटके हुए और किसी के भड़काए हुए नासमझी में उन लोगों से ये जो कार्य हुआ है, हम प्रभु से विनती करते हैं सबको सद्बुद्धि दे, हमारे देश में एक भाईचारे से सभी रहें और माहौल को दोबारा ठीक करने के लिए सभी मिलजुल कर प्रयास करें।